ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਨਿਤਨੇਮ ਕਰਮ ਅਨੁਸਾਰ ਪਰਮੇਸ਼ਰ ਦੇ ਚਰਨਾਂ ਕਮਲਾਂ ਦੀਆਂ ਹਾਜ਼ਰੀਆਂ। ਜਨਮ ਦੇ ਕੁਛ ਪਲ ਸਫਲਿਆਂ ਕਰਨ ਦੇ ਯਤਨ ਕਰਦੇ ਹਾਂ। ਜਿਤਨੀ ਸ੍ਰਿਸ਼ਟੀ ਪਰਮਾਤਮਾ ਨੇ ਪੈਦਾ ਕੀਤੀ ਹੈ, ਮਨੁੱਖ ਤੋਂ ਉੱਪਰ ਹੋਰ ਕੋਈ ਵੀ ਜੀਵ ਪਰਮਾਤਮਾ ਨੇ ਪੈਦਾ ਨਹੀਂ ਕੀਤਾ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਪੁਰ ਤੇਰੀ ਸਿਕਧਾਰੀ। ਦੇਵਤੇ ਵੀ ਇਸ ਤੋਂ ਥੱਲੇ ਹਨ, ਬਾਕੀ ਜੋਨੀਆਂ ਵੀ ਜਿਹੜੇ ਨੇ ਉਹ ਸਾਰੀਆਂ ਥੱਲੇ ਨੇ। ਇਸੇ ਲਈ ਕੇਵਲ ਤੇ ਕੇਵਲ ਇਕੱਲੇ ਮਨੁੱਖ ਨੂੰ ਵਾਰੀ-ਵਾਰੀ ਹਦਾਇਤਾਂ ਕੀਤੀਆਂ ਜਾਂਦੀਆਂ ਨੇ ਤੇ ਕਿ ਤੂੰ ਪਰਮਾਤਮਾ ਦੇ ਨਾਲ ਜੁੜ ਬੈਠ। ਵੱਡੇ ਦੇ ਨਾਲ ਲਾਏਂਗਾ ਤੇ ਵੱਡਾ ਹੋ ਜਾਵੇਂਗਾ, ਛੋਟੇ ਨਾਲ ਲਾਏਂਗਾ ਤੇ ਛੋਟਾ ਹੋ ਜਾਵੇਂਗਾ। ਕੇਵਲ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਮਨੁੱਖ ਨੂੰ ਹੀ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਮਨੁੱਖ ਨੇ ਤਕਰੀਬਨ ਗੁਰੂ ਦੇ ਹੁਕਮ ਨੂੰ ਮੰਨਣ ਦੇ ਇਹ ਯਤਨ ਕਰਦਾ ਹੈ ਕਿ ਪਰਮਾਤਮਾ ਨੇ ਇਹ ਦੇਹੀ ਬਖਸ਼ੀ ਹੈ ਤੇ ਗੁਰੂ ਦਾ ਹੁਕਮ ਮੰਨ ਕੇ ਇਸ ਜਨਮ ਨੂੰ ਸਫਲਾ ਕੀਤਾ ਜਾਵੇ। ਗੁਰੂ ਦਾ ਹੁਕਮ ਮੰਨਣ ਵਾਸਤੇ ਕੁਝ ਸਮੇਂ ਦੀ ਜ਼ਿੰਦਗੀ ਦੇ ਅਹਿਮ ਪਲਾਂ ਦੀ ਜਿਹੜੀ ਹੈ ਉਹ ਲੋੜ ਪੈਂਦੀ ਹੈ। ਜਿਸ ਤਰ੍ਹਾਂ ਘਰ ਮਕਾਨ ਬਣਾਉਣਾ ਹੈ, ਕੋਈ ਮਸ਼ੀਨਰੀ ਬਣਾਉਣੀ ਹੈ, ਉਹਦੇ ਵਾਸਤੇ ਕੁਛ ਦਿਨ ਚਾਹੀਦੇ ਨੇ, ਮਹੀਨੇ ਚਾਹੀਦੇ ਨੇ, ਸਾਲ ਚਾਹੀਦੇ ਨੇ। ਹੌਲੀ ਹੌਲੀ ਮਕਾਨ ਬਣ ਕੇ ਤਿਆਰ ਹੁੰਦਾ, ਸਮਾਂ ਲੱਗਦਾ। ਜ਼ਿੰਦਗੀ ਨੂੰ ਸਫਲਿਆਂ ਕਰਨ ਵਾਸਤੇ ਵੀ ਮਨੁੱਖ ਨੂੰ ਸਮਾਂ ਲੱਗਦਾ ਹੈ। ਹੋ ਸਕਦਾ ਹੈ ਕਿ ਜ਼ਿੰਦਗੀ ਸਫਲਿਆਂ ਕਰਦਿਆਂ ਕਰਦਿਆਂ ਸਾਰੀ ਜ਼ਿੰਦਗੀ ਬਤੀਤ ਵੀ ਹੋ ਸਕਦੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਇੱਕ ਅਨੰਨ ਸੇਵਕ ਮਹਾਰਾਜ ਦਾ ਹੋਇਆ ਹੈ, ਭਾਈ ਕੂਰਮਾ ਜੀ। ਜਿਹੜੇ ਲੰਬੀਆਂ ਪਿੰਡ ਦੇ ਰਹਿਣ ਵਾਲੇ ਸਨ। ਇਹ ਤਕਰੀਬਨ ਮੋਹਾਲੀ ਦੇ ਨੇੜੇ ਜਿਹੜਾ ਪਿੰਡ ਹੈ, ਪੁਰਾਣੇ ਜ਼ਮਾਨੇ ਦੇ ਵਿੱਚ, ਹੁਣ ਤੇ ਸ਼ਹਿਰ ਦੇ ਵਿੱਚ ਹੀ ਰਲ ਗਿਆ। ਉੱਥੋਂ ਦਾ ਇੱਕ ਗੁਰਸਿੱਖ ਪਿਆਰਾ ਸੀ ਮਹਾਰਾਜ ਦਾ, ਭਾਈ ਕੂਰਮਾ ਜੀ। ਤੇ ਭਾਈ ਕੂਰਮਾ ਗੁਰੂ ਸਾਹਿਬ ਜੀ ਮਹਾਰਾਜ ਦਾ ਅਨੰਨ ਸੇਵਕ ਸੀ, ਗੁਰੂ ਸਾਹਿਬ ਜੀ ਮਹਾਰਾਜ ਦੇ ਹੁਕਮ ਨੂੰ ਮੰਨਣ ਵਾਲਾ। ਇੱਕ ਦਿਨ ਗੁਰੂ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਕਿ ਚਲੋ ਗੁਰੂ ਦੇ ਦਰਸ਼ਨ ਦੀਦਾਰੇ ਕਰਦੇ ਹਾਂ, ਗੁਰੂ ਦੇ ਹੁਕਮ ਨੂੰ ਸੁਣਦੇ ਹਾਂ, ਫਿਰ ਉਸ ਤੋਂ ਬਾਅਦ ਗੁਰੂ ਦੇ ਹੁਕਮ ਨੂੰ ਮੰਨਣ ਦੇ ਯਤਨ ਵੀ ਕਰਾਂਗੇ। ਅਗਰ ਬਾਈ ਜੇ ਗੁਰੂ ਦਾ ਹੁਕਮ ਹੋਇਆ ਤਾਂ, ਕਿਉਂਕਿ ਜਿਹੜਾ ਰੱਬ ਦੇ ਪਿਆਰੇ ਨੇ ਉਹ ਕੇਵਲ ਰੱਬ ਦਾ ਹੀ ਹੁਕਮ ਮੰਨਦੇ ਨੇ, ਹੋਰ ਕਿਸੇ ਦਾ ਹੁਕਮ ਨਹੀਂ ਮੰਨਦੇ। ਹੋਰ ਕਿਸੇ ਦਾ ਹੁਕਮ, ਰਾਜੇ ਮਹਾਰਾਜੇ ਦਾ ਉਹ ਹੁਕਮ ਨਹੀਂ ਮੰਨਦੇ। ਜਿਹਨੇ ਪਰਮੇਸ਼ਰ ਦੇ ਹੁਕਮ ਨੂੰ ਮੰਨ ਲਿਆ, ਉੱਤੇ ਫਿਰ ਚਰਖੜੀਆਂ ਤੇ ਚਾੜੇ ਗਏ, ਬੰਦ ਕਟਵਾ ਲਏ, ਪਰ ਕਿਸੇ ਦਾ ਹੁਕਮ ਨਹੀਂ ਮੰਨਿਆ ਸਿਵਾਏ ਕੇਵਲ ਅਕਾਲ ਪੁਰਖ ਮਹਾਰਾਜ ਤੋਂ ਬਿਨਾਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਆਇਆ, ਸੰਗਤ ਕੀਤੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਕੋਲ ਕਾਬਲ ਕੰਧਾਰ ਤੋਂ ਸੰਗਤ ਆਈ।
ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਅੱਗੇ ਅੰਬ ਰੱਖੇ ਨੇ। ਉਹਨਾਂ ਸਮਿਆਂ ਦੇ ਵਿੱਚ ਉੱਥੇ ਲੱਗਦੇ ਸੀ, ਅਤੇ ਜੋ ਵੀ ਜ਼ਿਆਦਾਤਰ ਉਹਨਾਂ ਸਮਿਆਂ ਦੇ ਵਿੱਚ ਸੀ ਜਿਹੜਾ ਅਨਾਜ ਅਤੇ ਫਲ ਇਹਦੀ ਭੇਟਾ ਰੱਖੀ ਜਾਂਦੀ ਸੀ। ਅਤੇ ਜਾਂ ਜਿਹੜੇ ਮਨੁੱਖ ਹੁੰਦੇ ਸੀ ਉਹ ਹੱਥਾਂ ਪੈਰਾਂ ਦੇ ਨਾਲ ਆਪ ਖੁਦ ਸੇਵਾ ਕਰਦੇ ਹੁੰਦੇ ਸੀ। ਅਨਾਜ ਅਤੇ ਫਲ ਕਹਿਣ ਤੋਂ ਮੁਰਾਦ ਹੈ ਵੀ ਜੋ ਕੁਛ ਘਰ ਦੇ ਵਿੱਚ ਹੁੰਦਾ ਸੀਗਾ ਉਹੀ ਘਰੋਂ ਲਿਜਾ ਕੇ ਭੇਟਾ ਗੁਰੂ ਨੂੰ ਅਰਪਣ ਕੀਤੀ ਜਾਂਦੀ ਸੀ। ਅਤੇ ਕਾਬਲ ਦੇ ਵਿੱਚ ਅੰਬਾਂ ਦੇ ਬਾਗ ਲੱਗੇ ਸੀ ਅਤੇ ਉਹਨਾਂ ਨੇ ਅੰਬ ਗੁਰੂ ਸਾਹਿਬ ਜੀ ਮਹਾਰਾਜ ਵਾਸਤੇ ਲੈ ਕੇ ਆਉਂਦੇ। ਜਦ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਅੰਬ ਸਾਹਮਣੇ ਰੱਖੇ ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਹੁਤ ਖੁਸ਼ ਹੋਏ। ਕਹਿੰਦੇ ਸੰਗਤ ਆਪ ਜੀਆਂ ਨੇ ਬਹੁਤ ਵਧੀਆ ਕਰਮ ਕੀਤਾ ਹੈ ਕਿ ਇੱਥੇ ਤੁਸੀਂ ਗੁਰੂ ਦੇ ਘਰ ਦੇ ਵਿੱਚ ਤੁੱਛ ਭੇਟਾ ਲੈ ਕੇ ਆਏ ਹੋ। ਜਦ ਬਹੁਤ ਖੁਸ਼ ਹੋਏ ਅਤੇ ਇੱਕ ਅੰਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਭਾਈ ਕੂਰਮ ਜੀ ਨੂੰ ਵੀ ਦਿੱਤਾ, ਸੰਗਤ ਵਿੱਚ ਵਰਤਾਏ, ਅਤੇ ਇੱਕ ਅੰਬ ਭਾਈ ਕੂਰਮ ਜੀਆਂ ਨੂੰ ਵੀ ਦਿੱਤਾ। ਜਦੋਂ ਭਾਈ ਕੂਰਮ ਜੀਆਂ ਦੇ ਹੱਥਾਂ 'ਤੇ ਅੰਬ ਟਿਕਿਆ ਨਾ, ਅਤੇ ਉਹਨੇ ਚਿਹਰਾ ਦੇਖਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਕਿ ਮਹਾਰਾਜ ਤਾਂ ਬੜੇ ਖੁਸ਼ ਹੋਏ ਨੇ ਅੰਬਾਂ ਨੂੰ ਦੇਖ ਕੇ। ਉੱਥੇ ਮਨ ਹੀ ਮਨ ਵਿੱਚ ਖਿਆਲ ਆ ਗਿਆ, ਮਨਾ ਤੂੰ ਤਾਂ ਆਏ ਅੰਬਾਂ ਦੇ ਘਰ ਦੇ ਵਿੱਚੋਂ ਆ, ਅਤੇ ਤੂੰ ਕਿਉਂ ਨਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਾਸਤੇ ਅੰਬ ਲੈ ਕੇ ਆਇਆ। ਤੂੰ ਤਾਂ ਆਏ ਹੀ ਉੱਥੋਂ ਆ ਜਿੱਥੇ ਕੇਵਲ ਅਤੇ ਕੇਵਲ ਅੰਬਾਂ ਦੇ ਬਾਗ ਨੇ, ਕਿਉਂਕਿ ਇਹ ਜਿਹੜਾ ਅੰਬਾਲਾ ਹੋ ਗਿਆ, ਅੰਬਾਂ ਵਾਲਾ ਇਹ ਸ਼ਹਿਰ ਵੱਜਦਾ ਹੁੰਦਾ ਸੀ। ਇੱਥੇ ਜਿਹੜਾ ਸੀ ਇਹ ਲੰਬਾ ਚੌੜਾ ਏਰੀਆ ਸੀ, ਜਿਹੜਾ ਇੱਥੇ ਅੰਬ ਜ਼ਿਆਦਾ ਹੁੰਦੇ ਸੀ। ਮਨ ਵਿੱਚ ਖਿਆਲ ਆ ਗਿਆ, ਚਲੋ ਜਿਹੜਾ ਅੰਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਦਿੱਤਾ ਸੀਗਾ ਉਹ ਮਹਾਰਾਜ ਨੇ ਇਹਨਾਂ ਨੇ ਮਹਾਰਾਜ ਦੀ ਦਿੱਤੀ ਹੋਈ ਭੇਟਾ ਸਾਂਭ ਕੇ ਰੱਖ ਲਈ, ਪਰ ਅੰਦਰੋਂ ਪਛਤਾ ਰਿਹਾ ਸੀ ਕਿ ਤੂੰ ਗੁਰੂ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਇਆ ਅਤੇ ਅੰਬ ਕਿਉਂ ਨਹੀਂ ਲੈ ਕੇ ਆਇਆ। ਭਾਈ ਕੂਰਮ ਜੀਆਂ ਨੇ ਦੂਜੇ ਦਿਨ ਤੱਕ ਉਹ ਅੰਬ ਨਹੀਂ ਖਾਧਾ। ਦੂਜੇ ਦਿਨ ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ, ਉਹੀ ਅੰਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਰੱਖਤਾ, ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਕੂਰਮ ਜੀ ਇਹ ਤਾਂ ਅੰਬ ਤੁਹਾਨੂੰ ਕੱਲ੍ਹ ਮਿਲਿਆ ਸੀਗਾ ਸੰਗਤ ਦੇ ਵਿੱਚੋਂ, ਇਹ ਤਾਂ ਪ੍ਰਸ਼ਾਦ ਦੇ ਰੂਪ ਦੇ ਵਿੱਚ ਤੁਹਾਨੂੰ ਮਿਲਿਆ ਹੈ, ਅਤੇ ਉਹੀ ਅੰਬ ਤੁਸੀਂ ਅੱਜ ਫੇਰ ਸਾਡੇ ਸਾਹਮਣੇ ਰੱਖ ਰਹੇ ਹੋ। ਇਹ ਤਾਂ ਅੰਬ ਤੁਹਾਨੂੰ ਮਿਲਿਆ ਹੈ ਪ੍ਰਸ਼ਾਦ, ਅਤੇ ਤੁਸੀਂ ਇਸ ਅੰਬ ਨੂੰ ਛਕ ਲੈਣਾ ਸੀ। ਇਹ ਤਾਂ ਤੁਹਾਨੂੰ ਮਿਲੀ ਹੋਈ ਹੈ ਜ਼ਿੰਦਗੀ, ਤੁਸੀਂ ਆਪਣੀ ਜ਼ਿੰਦਗੀ ਆਪ ਜਿਉਂ ਲੈਣੀ ਸੀ। ਮਨੁੱਖ ਦੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਬਗਾਨੀਆਂ ਜ਼ਿੰਦਗੀਆਂ 'ਤੇ ਨਿਰਭਰ ਰਹਿ ਜਾਂਦਾ ਹੈ। ਨਾ ਤਾਂ ਉਹ ਆਪਣੇ ਆਪ ਕੁਛ ਦੇਖਦਾ ਹੈ, ਨਾ ਉਹ ਆਪਣੇ ਆਪ ਕੁਝ ਸੁਣਦਾ ਹੈ, ਅਤੇ ਨਾ ਹੀ ਉਹ ਆਪਣੇ ਆਪ ਕੁਛ ਬੋਲਦਾ ਹੈ। ਬਹੁਤ ਜ਼ਿੰਦਗੀਆਂ ਐਸੀਆਂ ਨੇ ਜਿਹੜੇ ਬੋਲ ਬੋਲਦੀਆਂ ਨੇ, ਪਰ ਉਹਨਾਂ ਦੇ ਬੋਲ ਜਿਹੜੇ ਨੇ ਉਹ ਆਪਣੇ ਨਹੀਂ ਹੁੰਦੇ, ਬਗਾਨੇ ਬੋਲ ਹੁੰਦੇ ਨੇ, ਬਗਾਨੇ ਬੋਲ ਹੁੰਦੇ ਨੇ। ਜ਼ਿੰਦਗੀ ਕਿਸੇ ਦੀ ਹੋਰ ਹੈ ਅਤੇ ਬੋਲ ਕੋਈ ਹੋਰ ਰਿਹਾ ਹੈ। ਬਗਾਨੀ ਜ਼ਿੰਦਗੀ, ਕਿਸੇ ਦੇ ਸਹਾਰੇ ਜ਼ਿੰਦਗੀ ਕੱਢਣੀ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੈਨੂੰ ਇਹ ਰਸ ਭਰੀ ਜ਼ਿੰਦਗੀ ਮਿਲੀ ਹੈ, ਆਪਣੀ ਜ਼ਿੰਦਗੀ ਤੋਂ ਆਪ ਜਿਉਣੀ ਸਿੱਖ। ਦੁਨੀਆ ਦੇ ਮਗਰ ਲਾ ਕੇ ਜ਼ਿੰਦਗੀ ਬਤੀਤ ਕਰਦਾ ਹੈ,
ਦੁਨੀਆ ਤੇ ਜਿਹੜੇ ਪਾਸੇ ਇੱਕ ਜਾਣਾ ਲੰਘ ਗਿਆ, ਬਾਕੀ ਸਾਰੇ ਪਾਸੇ ਡਾਰਾਂ ਉਸੇ ਪਾਸੇ ਹੀ ਜਾਣੀਆਂ ਨੇ। ਤੇਰਾ ਰਸਤਾ ਜਿਹੜਾ ਹੈ ਉਹ ਹਮੇਸ਼ਾ ਹੀ ਵੱਖਰਾਪਣ ਹੋਵੇ। ਜਿਹੜਾ ਮਨੁੱਖ ਆਪਣੀ ਜ਼ਿੰਦਗੀ ਆਪ ਜਿਉਂ ਰਿਹਾ, ਉਹਦਾ ਰਸ, ਉਹਦੀ ਜ਼ਿੰਦਗੀ ਬਾਕੀ ਸਭ ਦੇ ਨਾਲੋਂ ਵੱਖਰੀ ਹੋਵੇਗੀ। ਬਾਕੀਆਂ ਦੇ ਨਾਲੋਂ ਜ਼ਿੰਦਗੀ ਵੱਖਰੀ ਹੋਵੇਗੀ। ਤੇ ਪਰਮਾਤਮਾ ਨੇ ਦਿੱਤੀ ਹੈ ਜ਼ਿੰਦਗੀ, ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਆਪਣੀ ਜ਼ਿੰਦਗੀ ਆਪ ਜਿਉਂ ਕੇ ਦੇਖ। ਪਹਿਲਾਂ ਮਨੁੱਖ ਆਪਣੀ ਜ਼ਿੰਦਗੀ ਆਪ ਜਿਉਣੀ ਸਿੱਖਦਾ ਹੈ, ਉਸ ਤੋਂ ਬਾਅਦ ਇਹਨੂੰ ਗੁਰੂ ਦੇ ਮਾਰਗ ਦਾ ਪਤਾ ਲੱਗਦਾ ਹੈ। ਆਪਣੀ ਜ਼ਿੰਦਗੀ ਤੇ ਹਜੇ ਤੱਕ ਆਇਆ ਹੀ ਨਹੀਂ। ਬਹੁਤੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਨੇ, ਨਿਤਨੇਮ ਕਰਦੇ ਨੇ, ਆਪਣੀ ਖਾਤਰ ਥੋੜ੍ਹਾ ਕਰਦੇ ਨੇ, ਲੋਕਾਂ ਵਾਸਤੇ ਕਰਦੇ ਨੇ। ਲੋਕ ਕਹਿਣ ਵੀ ਬੜਾ ਭਲਾ ਮਾਨਸ ਬੰਦਾ ਹੈ ਤੇ ਬਾਣੀ ਪੜ੍ਹਦਾ ਹੈ। ਜਾਂ ਕਿਸੇ ਨੂੰ ਕਰਦਿਆਂ ਦੇਖ ਲਿਆ, ਫਲਾਨਾ ਸੁਖਮਨੀ ਸਾਹਿਬ ਦਾ ਪਾਠ ਕਰਦਾ, ਮੈਂ ਵੀ ਕਰ ਲਾਂ। ਬਗਾਨੀ ਜ਼ਿੰਦਗੀ ਤੂੰ ਗੁਰੂ ਦੇ ਨਾਲ ਆਪ ਖੁਦ ਆਪਣੀਆਂ ਤਾਰਾਂ ਜੋੜ। ਦਿਖਾਵੇ ਦੇ ਵਿੱਚ ਨਾ ਰਹੀਂ। ਇਹ ਦਿਖਾਵੇ ਦਿਖੂਵੇ ਨੇ ਨਾ ਜਿਹੜੇ ਸਾਰੇ ਦੇ ਸਾਰੇ ਸ਼ਮਸ਼ਾਨ ਘਾਟ ਵਿੱਚ ਜਾ ਕੇ ਮੁੱਕ ਜਾਣੇ ਨੇ। ਜਿਸ ਦਿਨ ਮਨੁੱਖ ਆਪਣੀ ਜ਼ਿੰਦਗੀ ਖੁਦ ਜਿਉਣ ਲੱਗਦਾ ਹੈ, ਉਸੇ ਦਿਨ ਇਹਨੂੰ ਪਤਾ ਲੱਗਦਾ ਕਿ ਇਨਸਾਨੀਅਤ ਹੁੰਦੀ ਕੀ ਹੈ, ਹੁੰਦੀ ਕੀ ਹੈ। ਮਨੁੱਖ ਦੀ ਤਰਜ਼ ਇਹ ਜ਼ਿੰਦਗੀ ਇੰਝ ਲੰਘ ਰਹੀ ਹੈ। ਇੱਕ ਜਾਣੇ ਨੇ ਇੱਕ ਬਾਤ ਕਹਿ ਦਿੱਤੀ, ਸੰਸਾਰਕ ਲੈਵਲ 'ਤੇ ਲਾ ਲਓ, ਰਾਜਨੀਤਿਕ ਲੈਵਲ 'ਤੇ ਲਾ ਲਓ, ਧਾਰਮਿਕ ਲੈਵਲ 'ਤੇ ਲਾ ਲਓ। ਬਾਕੀ ਦੇ ਜਿਹੜੇ 10-15 ਜਾਣੇ ਨੇ ਉਹ ਸਾਰੇ ਦੇ ਸਾਰੇ ਉਸੇ ਦੀ ਬੋਲੀ ਬੋਲਣਗੇ, ਉਸੇ ਦੀ ਬੋਲੀ ਬੋਲਣਗੇ। ਇੱਕੋ ਹੀ ਰਸਤਾ, ਇੱਕੋ ਹੀ। ਤਾਂ ਬਾਕੀ ਜਿਹੜੇ 15 ਬੰਦਿਆਂ ਦੀ ਜ਼ਿੰਦਗੀ ਸੀ, ਉਹਨਾਂ ਦੀ ਆਪਣੀ ਜ਼ਿੰਦਗੀ ਨਹੀਂ ਹੈ। ਇੱਕ ਜਾਣਾ ਹੀ ਲੈ ਗਿਆ ਇਹਨਾਂ ਦੀ ਜ਼ਿੰਦਗੀ ਹੋ ਕੇ ਲੈ ਗਿਆ, ਤੇ 15 ਬੰਦੇ ਬਗਾਨੀ ਬੋਲੀ ਬੋਲ ਰਹੇ ਨੇ। ਆਹ ਦੁਨੀਆ ਦੇ ਵਿੱਚ ਇਹ ਗੱਲ ਆਮ ਹੀ ਬਣੀ ਹੋਈ ਹੈ। ਜਿਸ ਦਿਨ ਤੋਂ ਆਪਣੀ ਜ਼ਿੰਦਗੀ ਖੁਦ ਜਿਵੇਂਗਾ, ਉਸੇ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਗੁਰੂ ਕੀ ਹੈ, ਗੁਰੂ ਦਾ ਸ਼ਬਦ ਕੀ ਹੈ, ਤੇ ਤੇਰੇ ਅੰਦਰੋਂ ਇਨਸਾਨੀਅਤ ਕਿਵੇਂ ਜਾਗਦੀ ਹੈ। ਕਿੱਡਾ ਪ੍ਰਾਪਤੀ ਵਾਲਾ ਤੇਰਾ ਜੀਵਨ ਹੈ, ਕਿੱਡਾ ਵੱਡਾ ਜੀਵਨ ਹੈ, ਉਸੇ ਦਿਨ ਹੀ ਪਤਾ ਲੱਗੇਗਾ। ਉਸ ਤੋਂ ਪਹਿਲਾਂ ਇਹਨਾਂ ਵਸਤੂਆਂ ਦਾ ਪਤਾ ਨਹੀਂ ਲੱਗਦਾ। ਖੈਰ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਤੇ ਤੈਨੂੰ ਪ੍ਰਸ਼ਾਦ ਰੂਪ ਦੇ ਵਿੱਚ ਤੈਨੂੰ ਅੰਬ ਮਿਲਿਆ ਸੀ, ਜਿਹੜਾ ਕੱਲ ਤੈਨੂੰ ਅੰਬ ਦਿੱਤਾ ਸੀ ਅੱਜ ਤੂੰ ਸਾਡੇ ਅੱਗੇ ਰੱਖ ਰਹੇ ਹੈ। ਹੱਥ ਜੋੜ ਕੇ ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਮੈਂ ਕੱਲ ਦਾ ਇਸ ਗੱਲ ਦੇ ਵਿੱਚ ਬੜਾ ਪਛਤਾ ਰਿਹਾ ਕਿ ਮੈਂ ਤੇ ਅੰਬਾਂ ਦੇ ਬਾਗ ਦੇ ਵਿੱਚੋਂ ਆਇਆ ਤੇ ਮੈਂ ਤੁਹਾਡੇ ਵਾਸਤੇ ਅੰਬ ਕਿਉਂ ਨਾ ਲੈ ਕੇ ਆਇਆ। ਇਸੇ ਪਛਤਾਵੇ ਦੇ ਵਿੱਚ ਜੇ ਮੈਂ ਲੈ ਕੇ ਨਹੀਂ ਆਇਆ, ਮੈਂ ਖਾਵਾਂ ਕਿਉਂ। ਮਹਾਰਾਜ ਮੇਰਾ ਤੇ ਮਨ ਹੀ ਨਹੀਂ ਕੀਤਾ ਕਿ ਮੈਂ ਇਸ ਅੰਬ ਨੂੰ ਖਾਵਾਂ। ਹਾਲਾਂਕਿ ਮੇਰੇ ਨਗਰ ਦੇ ਵਿੱਚ ਅੰਬਾਂ ਦੇ ਬਾਗ ਨੇ, ਬੜੇ ਅੰਬ ਲੱਗੇ ਹੋਏ ਨੇ। ਮੈਂ ਪਛਤਾ ਰਿਹਾ, ਇਸੇ ਹੀ ਪਛਤਾਵੇ ਦੇ ਵਿੱਚ ਮੈਂ ਜਿਹੜਾ ਅੰਬ ਨਹੀਂ ਖਾ ਸਕਿਆ ਕਿ ਜਦ ਮੈਂ ਲੈ ਕੇ ਨਹੀਂ ਆਇਆ ਕੁਝ ਤੇ ਖਾਵਾਂ ਵੀ ਕਿਉਂ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਭਾਈ ਕੂਰਮ ਜੀ ਤੂੰ ਇਹ ਪਛਤਾਵਾ ਕਰਨਾ ਛੱਡ ਦੇ ਹੁਣ। ਕਹਿੰਦੇ ਮਹਾਰਾਜ ਕਿਵੇਂ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਹੁਣ ਤੇਰਾ ਜਿਹੜਾ ਖਿਆਲ ਸੀ ਪੂਰੇ ਦਾ ਪੂਰਾ ਖਿਆਲ ਸਾਡੇ ਚਰਨਾਂ ਵਿੱਚ, ਅਕਾਲ ਪੁਰਖ ਦੇ ਚਰਨਾਂ 'ਚ ਲੱਗਿਆ ਹੈ ਕਿ ਮੈਂ ਮਹਾਰਾਜ ਨੂੰ ਅੰਬ ਕਿਉਂ ਨਾ ਲੈ ਕੇ ਆਇਆ। ਪਛਚਾਤਾਪ ਹੀ ਸਾਰੇ ਮਸਲਿਆਂ ਦਾ ਹੱਲ ਹੈ, ਸਾਰੇ ਮਸਲਿਆਂ ਦਾ ਹੱਲ ਹੈ।
ਜਦੋਂ ਮਨੁੱਖ ਪਛਚਾਤਾਪ ਕਰਨ ਲੱਗ ਜੇ ਨਾ ਗੁਰੂ ਦੇ ਕੋਲ ਆ ਕੇ, ਪਰਮਾਤਮਾ ਮੈਂ ਤੇ ਬਹੁਤ ਵੱਡੇ ਵੱਡੇ ਬੜੇ ਮਾੜੇ ਕਰਮ ਕੀਤੇ ਨੇ, ਐ ਪਰਮਾਤਮਾ ਮੇਰਾ ਬਖਸ਼ ਦੀ ਮੈਨੂੰ। ਇਹਨੂੰ ਪਛਚਾਤਾਪ ਕਹਿੰਦੇ ਨੇ, ਪਛਤਾਉਣਾ। ਤੇ ਜਦੋਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਆਪਣੇ ਗੁਨਾਹ ਚੇਤੇ ਆ ਜਾਂਦੇ ਨੇ, ਸੱਚ ਜਾਣਿਓ ਪਰਮਾਤਮਾ ਦੇ ਮਾਰਗ ਤੇ ਚੱਲ ਪੈਂਦਾ ਹੈ। ਕਬੀਰ ਸਾਹਿਬ ਜੀ ਤੇ ਐਲਾਨੀਆਂ ਕਹਿੰਦੇ ਨੇ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਨੈ ਪੁਕਾਰ। ਲਗਾਤਾਰ ਤੂੰ ਲੱਗਿਆ ਰਹਿ, ਜਦੋਂ ਤੂੰ ਲੱਗੇ ਹੀ ਰਹੇਗਾ ਆਪਣਾ ਪਛਚਾਤਾਪ ਕਰਦਿਆਂ ਕਰਦਿਆਂ ਤੇਰੀ ਕਦੇ ਤੇ ਪੁਕਾਰ ਪਰਮਾਤਮਾ ਦੇ ਦਰ ਤੇ ਸੁਣੀ ਜਾਣੀ ਹੈ। ਕਦੇ ਤੇ ਇਹ ਪੁਕਾਰ ਜਿਹੜੀ ਹੈ ਉਹ ਤੇਰੀ ਸੁਣੀ ਜਾਵੇਗੀ। ਭਾਈ ਕੂਰਮ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਤੂੰ ਇੰਝ ਕਰ, ਠੀਕ ਹੈ ਤੈਨੂੰ ਪਛਚਾਤਾਪ ਲੱਗ ਰਿਹਾ, ਪਰ ਸਾਡਾ ਵਚਨ ਚੇਤੇ ਰੱਖੀ ਕਿ ਜਦੋਂ ਅਸੀਂ 7ਵੇਂ ਜਾਮੇ ਦੇ ਵਿੱਚ ਹੋਵਾਂਗੇ ਤੇ ਤੇਰੇ ਅੰਬਾਂ ਦੇ ਬਾਗ ਦੇ ਵਿੱਚ ਅਸੀਂ ਤੇਥੋਂ ਮੰਗ ਕੇ ਅੰਬ ਖਾ ਕੇ ਆਵਾਂਗੇ। ਬੋਲੋ ਸਤਨਾਮ। ਅਸੀਂ ਮੰਗ ਕੇ ਅੰਬ ਖਾ ਕੇ ਆਵਾਂਗੇ ਤੇਥੋਂ। ਹੱਥ ਜੋੜੇ, ਬੰਦਨਾ ਕੀਤੀ ਮਹਾਰਾਜ ਦੇ ਅੱਗੇ, ਸ਼ੁਕਰ ਹੈ ਅਕਾਲ ਪੁਰਖ ਮਹਾਰਾਜ ਤੇਰਾ ਕਿ ਜਿਹਨੇ ਮੇਰਾ ਗੁਨਾਹ ਬਖਸ਼ਤਾ। ਭਾਈ ਕੂਰਮ ਜੀ ਆਪਣੇ ਨਗਰ ਦੇ ਵਿੱਚ ਚਲੇ ਗਏ। ਹੁਣ ਇੱਥੇ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸਮਾਂ ਸੀ ਤੇ 7ਵੇਂ ਪਾਤਸ਼ਾਹ ਮਹਾਰਾਜ ਦਾ, ਇਹਦੇ ਵਿੱਚ ਗੈਪ ਬਹੁਤ ਸੀਗਾ ਕਿ ਪਹਿਲਾਂ 5ਵੇਂ ਪਾਤਸ਼ਾਹ ਮਹਾਰਾਜ ਨੇ ਗੁਰਤਾ ਗੱਦੀ 6ਵੇਂ ਪਾਤਸ਼ਾਹ ਮਹਾਰਾਜ ਨੂੰ ਦੇਣੀ, 6ਵੇਂ ਪਾਤਸ਼ਾਹ ਮਹਾਰਾਜ ਨੇ 7ਵੇਂ ਪਾਤਸ਼ਾਹ ਨੂੰ ਦੇਣੀ। ਸਮਾਂ ਬਹੁਤ ਸੀ। ਭਾਈ ਕੂਰਮ ਜੀ ਆਪਣੇ ਅੰਬਾਂ ਦੇ ਬਾਗ ਦੇ ਵਿੱਚ ਚਲੇ ਗਏ ਗੁਰੂ ਸਾਹਿਬ ਤੋਂ ਬਚਨ ਲੈ ਕੇ। ਬਾਗ ਦੇ ਵਿੱਚ ਬੈਠਿਆਂ ਬੈਠਿਆਂ ਅਕਸਰ ਪਰਮਾਤਮਾ ਦੇ ਚਰਨਾਂ ਦੇ ਨਾਲ ਜ਼ਿੰਦਗੀ ਲੱਗੀ ਹੋਈ ਸੀ। ਪਰਮਾਤਮਾ ਦੇ ਗੁਣ ਸੀ ਜਿਹੜੇ ਬਾਗ ਦੇ ਵਿੱਚ ਬੈਠਿਆਂ ਬੈਠਿਆਂ ਹੀ ਗਾਉਂਦਾ ਰਹਿੰਦਾ ਭਾਈ ਕੂਰਮ ਜੀ। ਉੱਚੇ ਉੱਚੇ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ। ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਸਰੀਰ ਬੁਢੇਪੇ ਵੱਲ ਜਾਂਦਾ ਗਿਆ। ਅੱਜ ਬੈਠਾ ਇੱਕੋ ਜਗ੍ਹਾ ਤੇ ਅੰਬਾਂ ਦੇ ਬਾਗ ਵਿੱਚ, ਉਡੀਕ ਕਿਸ ਨੂੰ ਰਿਹਾ ਹੈ? ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ 7ਵੇਂ ਸਰੂਪ ਨੂੰ। ਅੱਜ ਬਹੁਤੀ ਆਵਾਜ਼ ਵੀ ਨਿਕਲਦੀ। ਕੁਰੂਕਸ਼ੇਤਰ ਤੋਂ ਚੱਲੇ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਪੋਹ ਦਾ ਮਹੀਨਾ, ਪੈਂਡਾ ਤੈਅ ਕਰਦੇ ਕਰਦੇ ਕਿੱਥੇ ਆ ਗਏ ਨੇ? ਜਿਹੜੇ ਬਾਗ ਦੇ ਵਿੱਚ ਭਾਈ ਕੂਰਮ ਜੀ ਬੈਠਾ ਸੀ। ਜਿਹੜੇ ਬਾਗ ਦੇ ਵਿੱਚ ਭਾਈ ਕੂਰਮ ਜੀ ਬੈਠਾ ਸੀ ਉੱਥੇ ਆ ਗਏ ਨੇ। ਭਾਈ ਕੂਰਮ ਜੀ ਬੁਢੇਪੇ ਦੇ ਵਿੱਚ ਹੈ, ਬਿਲਕੁਲ ਸਰੀਰ ਬਿਰਧ ਹੋ ਚੁੱਕਿਆ ਹੈ, ਬਿਲਕੁਲ ਬਿਰਧ ਹੋ ਚੁੱਕਿਆ ਹੈ। ਹੁਣ ਨਾ ਹੀ ਤੇ ਬਹੁਤੀ ਉੱਚੀ ਆਵਾਜ਼ ਨਿਕਲਦੀ ਹੈ। ਬਿਰਧ ਅਵਸਥਾ ਦੇ ਵਿੱਚ ਭਾਈ ਕੂਰਮ ਜੀ ਬਾਗ ਵਿੱਚ ਬੈਠੇ ਨੇ ਤੇ ਭਾਈ ਕੂਰਮ ਜੀ ਨੂੰ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਭਾਈ ਸਾਹਿਬ ਜੀ, ਭਾਈ ਕੂਰਮ ਜੀ, ਜਰਾ ਤੁਸੀਂ ਉਠੋ, ਅਸੀਂ ਤੁਹਾਡੇ ਬਾਗ ਦੇ ਵਿੱਚ ਅੰਬ ਖਾਣ ਵਾਸਤੇ ਆਏ ਹਾਂ। ਪੋਹ ਦਾ ਮਹੀਨਾ। ਭਾਈ ਕੂਰਮ ਜੀਆਂ ਦੀ ਨਿਮਰਤਾ ਦੇ ਨਾਲ ਜਿਹੜੇ ਅੱਖੀਆਂ ਸੀ ਇਹ ਝੁਕੀਆਂ ਹੋਈਆਂ ਸੀ, ਝੁਕਿਆ ਹੋਇਆ ਸਰੀਰ ਨਿਮਰਤਾ ਦੇ ਨਾਲ, ਕਿਉਂਕਿ ਜਿਵੇਂ ਜਿਵੇਂ ਜ਼ਿੰਦਗੀ ਨੂੰ ਫਲ ਲੱਗਦਾ ਹੈ ਉਵੇਂ ਉਵੇਂ ਜ਼ਿੰਦਗੀ ਝੁਕਦੀ ਤੁਰੀ ਜਾਂਦੀ ਹੈ। ਦੁਨੀਆ ਇਸ ਤੋਂ ਪਲਟ ਕੇ ਲਾਂਭੇ ਹੋ ਗਈ ਹੈ। ਜਿਵੇਂ ਜਿਵੇਂ ਇਹਨਾਂ ਨੂੰ ਪਦਵੀਆਂ ਮਿਲਦੀਆਂ ਜਾਂਦੀਆਂ ਉਵੇਂ ਉਵੇਂ ਉੱਚੇ ਹੁੰਦੇ ਤੁਰੇ ਜਾਂਦੇ ਨੇ। ਕੋਈ ਵੀ ਐਸਾ ਅੱਜ ਤੱਕ ਨਹੀਂ ਜ਼ਿੰਦਗੀ ਦੇਖੀ ਕਿ ਜਿਹਨੂੰ ਫਲ ਲੱਗਿਆ ਹੋਵੇ ਤੇ ਉਹ ਝੁਕੀ ਨਾ ਹੋਵੇ। ਸਾਰੇ ਦੇ ਸਾਰੇ ਦਰਖਤ ਝੁਕਦੇ ਨੇ।
ਇੱਕੋ ਬੰਦਾ ਹੀ ਹੈ। ਜਿਵੇਂ ਜਿਵੇਂ ਵੱਡਾ ਹੁੰਦਾ ਤੁਰਿਆ ਜਾਂਦਾ ਹੈ, ਜਿਵੇਂ ਜਿਵੇਂ ਵੱਡਾ ਹੁੰਦਾ ਤੁਰਿਆ ਜਾਂਦਾ ਹੈ, ਉਵੇਂ ਉਵੇਂ ਆਕੜਦਾ ਤੁਰਿਆ ਜਾਂਦਾ ਹੈ, ਉਵੇਂ ਉਵੇਂ ਆਕੜਦਾ ਤੁਰਿਆ ਜਾਂਦਾ ਹੈ। ਅਤੇ ਜਿਵੇਂ ਜਿਵੇਂ ਇਹ ਆਕੜਦਾ ਤੁਰਿਆ ਜਾਂਦਾ ਹੈ, ਜਿਹੋ ਜਿਹੀ ਇਹਦੀ ਆਪਣੀ ਜ਼ਿੰਦਗੀ ਹੈ, ਉਹੋ ਜਿਹੀ ਜ਼ਿੰਦਗੀ ਦੂਜਿਆਂ ਦੀ ਬਣਾਉਂਦਾ ਤੁਰਿਆ ਜਾਂਦਾ ਹੈ। ਜਿੰਨੀ ਕਿ ਇਹਨੂੰ ਆਪ ਨੂੰ ਅਕਲ ਹੈ, ਓਨੀ ਕਿ ਦੂਜਿਆਂ ਨੂੰ ਅਕਲ ਦਿੰਦਾ ਤੁਰਿਆ ਜਾਂਦਾ ਹੈ। ਝੁਕਣਾ, ਇਹ ਘਰ ਐਸਾ ਹੈ ਜਿਸ ਘਰ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਬਾਬੇ ਸ਼੍ਰੀ ਚੰਦ ਨੇ ਪੁੱਛਿਆ ਸੀ, ਇਹ ਘਰ ਐ ਗੁਰੂ ਰਾਮਦਾਸ ਸਾਹਿਬ ਮਹਾਰਾਜ, ਦੁਨੀਆ ਦੇ ਤੇ ਦਾੜੇ ਬੜੇ ਛੋਟੇ ਹੁੰਦੇ ਨੇ, ਤੁਹਾਡਾ ਦਾੜਾ ਬਹੁਤ ਲੰਬਾ ਹੈ ਤੇ ਬਹੁਤ ਸੋਹਣਾ ਵੀ ਹੈ। ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਬਾਬਾ ਸ਼੍ਰੀ ਚੰਦ ਜੀ ਪੁੱਛਦੇ, ਦਾੜਾ ਤੁਹਾਡਾ ਲੰਬਾ ਵੀ ਬਹੁਤ ਹੈ, ਸੋਹਣਾ ਵੀ ਬਹੁਤ ਹੈ, ਜਰਾ ਇੱਕ ਬਚਨ ਦੱਸੋਗੇ ਕਿ ਇੰਨਾ ਲੰਬਾ ਤੇ ਇੰਨਾ ਸੋਹਣਾ ਦਾੜਾ ਤੁਸੀਂ ਕਿਉਂ ਬਣਾਇਆ ਹੈ? ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਾਬੇ ਸ਼੍ਰੀ ਚੰਦ ਨੂੰ ਕੀ ਕਹਿੰਦੇ ਨੇ ਕਿ ਐ ਬਾਬਾ ਸ਼੍ਰੀ ਚੰਦ ਜੀ, ਤੁਸੀਂ ਸਾਡੇ ਵੱਡ ਵਡੇਰੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਪੁੱਤਰ ਹੋ। ਐ ਸੋਹਣਾ ਸੁਨੱਖਾ ਦਾੜਾ, ਐ ਲੰਬਾ ਚੌੜਾ ਦਾੜਾ ਅਸੀਂ ਤੁਹਾਡੇ ਚਰਨ ਸਾਫ਼ ਕਰਨ ਵਾਸਤੇ ਤਿਆਰ ਕਰਕੇ ਰੱਖਿਆ ਹੈ। ਤੁਹਾਡੇ ਚਰਨ ਸਾਫ਼ ਕਰਨ ਨੂੰ ਰੱਖੇ ਹੈ। ਉਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਨ। ਅੱਜ ਦੇ ਹਾਲਾਤ ਤੱਕੋ ਕੋਈ ਮਨੁੱਖ ਐਸਾ ਬਚਨ ਕਹਿ ਸਕਦਾ ਕਿਸੇ ਦੂਸਰੇ ਨੂੰ? ਅੱਜ ਤੇ ਧਰਮਾਂ ਦੇ ਨਾਂ 'ਤੇ ਲੜਾਈਆਂ ਨੇ, ਡਾਂਗਾਂ ਸੋਟੀਆਂ ਨੇ, ਵੈਰ ਵਿਰੋਧ ਹੈ, ਹੰਕਾਰ ਹੈ। ਇਹ ਸਭ ਦੇ ਪਾਸੇ ਜਿਹੜੇ ਪਾਸੇ ਮਰਜ਼ੀ ਨਜ਼ਰ ਦੇ ਕੇ ਨਜ਼ਰ ਮਾਰ ਕੇ ਦੇਖ ਲਓ, ਸਭ ਪਾਸੇ ਅੰਧਕਾਰ ਛਾਇਆ ਹੋਇਆ ਹੈ। ਰਾਜਨੀਤੀ 'ਤੇ ਇੰਨੀਆਂ ਲੜਾਈਆਂ ਨਹੀਂ ਹੁੰਦੀਆਂ ਜਿੰਨੀਆਂ ਧਰਮ 'ਤੇ ਹੋ ਰਹੀਆਂ ਨੇ। ਸਮਾਜਿਕ ਲੈਵਲ 'ਤੇ ਇੰਨੀਆਂ ਲੜਾਈਆਂ ਨਹੀਂ ਹੁੰਦੀਆਂ ਜਿੰਨੀਆਂ ਧਰਮ ਲੈਵਲ 'ਤੇ ਹੁੰਦੀਆਂ ਨੇ। ਅਤੇ ਦੁਨੀਆ ਇੱਕ ਦੂਜੇ ਨਾਲ ਵੈਰ ਵਿਰੋਧ ਕਰਦੀ ਹੈ। ਧਰਮ, ਉਹ ਕਹਿੰਦਾ ਮੈਂ ਫਲਾਣੇ ਧਰਮ ਦਾ, ਮੈਂ ਫਲਾਣੇ ਧਰਮ ਦਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਕਦੇ ਪੁੱਛੋ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਇਹ ਜਿੰਨੇ ਦੁਨੀਆ ਦੇ 700 ਧਰਮ ਨੇ, 700 ਧਰਮ ਦਾ 18,000 ਗ੍ਰੰਥ ਹੈ। ਇਹ ਸਾਰੇ ਦੇ ਸਾਰੇ ਜਿਹੜੇ ਧਰਮ ਨੇ ਰਸਤੇ ਬਣੇ ਹੋਏ ਨੇ, ਪੰਥ ਨੇ। ਜੈਨ ਪੰਥ ਹੈ, ਬੌਧ ਪੰਥ ਹੈ, ਹਿੰਦੂ ਪੰਥ ਹੈ, ਮਹਾਂਡਣ ਪੰਥ ਹੈ, ਸਿੱਖ ਪੰਥ ਹੈ। ਇਹ ਜਿੰਨੇ ਨੇ ਪੰਥ ਨੇ, ਉਹ ਪੰਥ ਕਹਿੰਦੇ ਨੇ ਰਸਤੇ ਨੂੰ, ਪੰਥੀ ਕਹਿੰਦੇ ਨੇ ਰਸਤੇ 'ਤੇ ਚੱਲਣ ਵਾਲੇ ਨੂੰ। ਅਤੇ ਇਹ ਰਸਤੇ ਭਾਵੇਂ ਵੱਖੋ ਵੱਖਰੇ ਨੇ, ਪਰ ਇਹਨਾਂ ਦਾ ਮੇਨ ਪੁਆਇੰਟ ਇੱਕੋ ਹੀ ਹੈ, ਜਾਂਦੇ ਸਾਰੇ ਦੇ ਸਾਰੇ ਪਰਮਾਤਮਾ ਦੇ ਘਰ ਵੱਲ ਹੀ ਨੇ। ਭਾਵੇਂ ਜਿਹੜੇ ਮਰਜ਼ੀ ਰਸਤੇ ਚਲੇ ਜਾਓ, ਕਿਸੇ ਵੀ ਸ਼ਹਿਰ ਜਾਣਾ ਹੋਵੇ, ਸ਼ਹਿਰ ਨੂੰ ਇੱਕ ਰਸਤਾ ਥੋੜ੍ਹਾ ਜਾਂਦਾ, ਕਿੰਨੇ ਰਸਤੇ ਜਾਂਦੇ ਨੇ। ਅਸੀਂ ਲਾਗੇ ਕਿਸੇ ਸ਼ਹਿਰ ਦੇ ਵਿੱਚ ਜਾਣਾ, ਅਸੀਂ ਨਹੀਂ ਕਹਿ ਸਕਦੇ ਕਿ ਉਹਨੂੰ ਇੱਕ ਰਸਤਾ ਆਉਂਦਾ ਹੈ, ਹਜ਼ਾਰਾਂ ਰਸਤੇ ਆਉਂਦੇ ਨੇ ਇੱਕ ਸ਼ਹਿਰ ਨੂੰ। ਕਿਵੇਂ ਕਹਿ ਦੇਵਾਂਗੇ ਕਿ ਮੌੜ ਮੰਡੀ ਵਿੱਚ ਦੀ ਜਾ ਕੇ ਜੇ ਕੋਈ ਬਠਿੰਡੇ ਜਾਵੇ ਉਹ ਗਲਤ ਹੈ, ਅਤੇ ਜੇ ਤਲਵੰਡੀ ਵਾਲਾ ਸਹੀ ਹੋ ਸਕਦਾ? ਰਸਤੇ 'ਤੇ ਦੋਨੇ ਹੀ ਜਾਂਦੇ ਨੇ ਬਠਿੰਡੇ ਨੂੰ, ਜਿੰਨੇ ਮਰਜ਼ੀ ਰਸਤੇ ਦੇਖ ਲਓ, ਸਾਰੇ ਜਾਂਦੇ ਨੇ। ਜਗ੍ਹਾ ਤਾਂ ਇੱਕੋ ਹੀ ਹੈ ਨਾ, ਪਰਮਾਤਮਾ ਸਭ ਦਾ ਇੱਕੋ ਹੀ ਹੈ, ਰਸਤੇ ਵੱਖੋ ਵੱਖਰੇ ਨੇ, ਜਾਣਾ ਸਭ ਨੇ ਇੱਕੋ ਹੀ ਜਗ੍ਹਾ 'ਤੇ ਹੈ। ਇਹ ਚੱਕਰ ਦੇ ਵਿੱਚ ਨਾ ਪੈਣਾ। ਗੁਰਬਾਣੀ ਤਾਂ ਇਸ ਦੁਬਿਧਾ ਦੇ ਵਿੱਚੋਂ ਕੱਢਦੀ ਹੈ, ਠੀਕ ਹੈ, ਕੋਈ ਦੁਬਿਧਾ ਦੇ ਵਿੱਚ ਪੈਂਦਾ ਤੇ ਪੈਂਦਾ ਰਹੇ। ਗੁਰੂ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਜੀ ਕਿਰਪਾ ਕਰਦੇ ਨੇ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਅਸੀਂ ਅੰਬ ਖਾਣੇ ਆ, ਨਿਮਰਤਾ ਦੇ ਪੁੰਜ। ਭਾਈ ਕੁਰਮ ਜੀ ਨੀਵੇਂ ਭਾਈ ਹੈ,
बोल रहे ने बुढ़ेपे दे विच, कहन लगे गुरमुखो जी पोह दा महीना चलदा है, हुण अंब कित्थे, हुण अंब कित्थे। हुण इत्थे सारी सृष्टि दे विच पता ही है कि पोह दे महीने विच अंब कित्थे हुंदे ने। फिर गुरु हरराय साहिब जी महाराज कहन लगे भाई कूरम जी असीं तुहाडे नाल वादा कीता सी कि तुहाथों आके अंब खावांगे, जरा धौन तुसीं उच्ची चक के देखो कि अंब लगे भी ने कि नहीं लगे हुए। ऐसी महान किरपा कीती परमात्मा ने। जद भाई हरराय साहिब जी महाराज ने भाई कूरम का नाम लेता कि असीं वादा कीता सी अंब खाण आवांगे, उसे वक्त ही गुरु का पता लग गया कि गुरु जी खुद आए ने। उसे वक्त ही जदों धौन चक के अंबां दे बाग वल देखिया ते अंबां दे दरख्तां नूं अंब लगे हुए ने। फिर बुढ़ेपे दे विच उठे भाई कूरम जी, गुरु हरराय साहिब जी महाराज नूं निध आसन ते बिठाया, बिठा के महाराज जियां नूं उत्थे भाई कूरम जियां ने अंब तोड़ के दिते। छको महाराज आप जी किरपा करो। भाई कूरम जियां नूं हरराय साहिब जी महाराज बचन करते ने, कहते भाई कूरम जी तुसीं गुरु का एक बचन मन्निया है। ये बचन मनना बहुत वड्डी गल है कि गुरु कह देन अज तेरे कोल नहीं असीं आवांगे, असीं ते अज तो चलिया जा, अज तो 50 सालां नूं जां 100 साल नूं असीं तेरे कोल आवांगे। ये बचन मनना बहुत वड्डी गल है। भाई कूरम जी ने बचन मन्निया, कोई सवाल नहीं किया कि गुरु अर्जन देव साहिब महाराज मैं तुहानूं पहचानांगा किवें, जां इन्ने समय लंबे समय बाद का तो तुसीं मेरे कोल आओगे। कोई सवाल नहीं है, बिल्कुल भी सवाल नहीं है। और जिथे सवाल पैदा हो गया सच जाने उत्थे गुरु भी नहीं है, नहीं गुरु है। क्योंकि सवाल ही बंदे दी जिंदगी का बोझ बनते ने। मैं पहले भी एक दिन बचन किया सी, अगर भाई जे सवाल होवे सवाल दे नाल जवाब होवे फिर ते बात बन जाती है, वरना जे सवाल दे उपर सवाल, सवाल दे उपर सवाल, सवाल दे उपर सवाल, घरां दे विच जिहड़ियां लड़ाइयां झगड़े हुंदे ने इन्हां दा मुੱਢ है सवाल दे उपर सवाल, सवाल दे उपर सवाल। लड़ाई दा मुੱਢ ही इत्थों वजदा है। सवाल जदों पैदा हो जाण ते सवाल का जवाब है। सतगुरु महाराज जी ते बहुत वड्डी किरपा करते हैं। गुरबाणी एक सवाल करती है, नाल दी नाल दूसरी पंक्ति दे विच उसदा जवाब भी दे दिंदी है। ताही ते कहने आ कि जेड़ा मनुख गुरबाणी दे कोल आ गया ना, तुसी बाकी गुरुआं दे कोल जाण दी तुहानूं लोड़ ही नहीं है, बिल्कुल भी लोड़ नहीं है। बाकी किसी जगह ते जाण दी लोड़ नहीं है। कारण की है कि गुरबाणी सवाल भी करती है तो सवाल का नाल जवाब भी दे दिंदी है। होर किसी पासे तुहानूं जाण दी लोड़ नहीं है। जिहड़ा गुरु दे कोल आ गया, हाँ दुनिया जिथे जाती है कोई जावे, पर गुरु साहिब जी महाराज दीयां सख्त हदायतां ने कि जिहड़ा रब दा प्यारा गुरु ग्रंथ साहिब जी महाराज दे कोल आ गया, ओहदा ये सीस किसी होर जगह ते झुकना नहीं चाहिए, नहीं झुकना चाहिए। हाँ उंज दुनिया जिथे जाती है, क्योंकि सुखों के मारे दुनिया को बड़ा कुछ करना पैंदा है, बड़ा कुछ दुनिया करती है, खैर करती पवे, पर जिथे गुरु दे अगे सीस झुक गया वो सीस किसी होर दर ते नहीं झुकना चाहिए। ये गुरु ग्रंथ साहिब महाराज की सख्त हदायत है। ते गुरु है कि गुरु बहुते सवाल इन्हां ते खड़ जाते हैं कि दुनिया तो जी बहुत कुराहे ते जाती है। कोई किते जा रहा है, कोई किते जा रहा है, कोई कबरां नूं मत्थे टेकदा है, कोई मड़ियां मसाणियां ते जांदा है, कोई किसे दर ते जांदा है, कोई किसे दर ते जांदा है। अक्सर बहुतियां दी जिंदगी इस गल दे विच उलझी हुई है। उहदे विच दूसरे नूं कहण दे नालों बंदे नूं अपने आप सोच लेना चाहिए कि गुरु दी किहड़ी गल है जिहड़ी असीं अज तक दुनिया तक अपनाई है। साडे कोल ही कुछ है ही नहीं। जद साडे कोल असीं गुरु दी गल किसे तक अपना ही नहीं सके तो दुनिया ने तो होर पासे जाना ही है। दसन वाला होवे कोई गुरु दी गल
फिर तो मन लवे दुनिया, जद कोई दसन वाला ही नहीं रहा, दसदा ही नहीं कोई। जद आप कुछ दसिया नहीं है, गुरु के घर बारे कुछ भी नहीं दसिया, तो फिर दुनिया ने तो किते जाना ही है कि कोई तो कोना लभेगा ना फिर सुखां वास्ते अगला। तो ये हरेक जगह ते दुनिया जाती है, पर गुरु साहब जी महाराज कहते जिथे गुरु दे अगे सीस झुकाता ना, दोबारे तैनूं होर किसी जगह ते जाण दी लोड़ नहीं पैनी, क्योंकि जेड़े तैनूं दुख आए ने, ਜਿਹੜੀਆਂ ਤੈਨੂੰ तकलीफां आईयां ने, जो भी तेरे सवाल ने उन्हां दा जवाब तैनूं गुरु ग्रंथ साहिब महाराज इत्थे ही दे देंगे। तू घरों पदार्थ लएगा, धन लएगा, बड़ा कुछ करेगा, जाके तू किसी बाबे दे अगे मत्था टेकेगा, मेरे घर बारे यह जानकारी दे दो, तो गुरु ग्रंथ साहिब जी महाराज तो पुछ ला। तो बाणी पढ़िया कर, पर वो तो असीं पुछना नहीं है, वो तो साडे ख्याल ही नहीं है। असीं बाहर जाइए, कदे 500 रुपए का बड़ा सारा नोट किसी बाबे के अगे रख देने, ए महात्मा जी नूं मत्था टेकिया, कुछ ना कुछ पदार्थ भी लैके जाने, पदार्थ भी लैके जाने भी पदार्थ होवन। संत जिहड़े ने वो बागो बाग हो जाने, 500-700 रुपया किराए भाड़े का ला दिता, 500-700 रुपया संतां नूं टेक दिता, 500-400 रुपया होर खर्च कर दिता, 1500-2000 रुपया ला के शाम को बंदा घरे आ जाता है। तो जदों आपदे गुरुद्वारे दे विच मत्था टेकना होवे तो उदों ठियानियां चवानियां लभदा फिरदा रहिंदा है कि तो रुपया मिल जे घर दे किसी कोने दे विचों गोलक दे विच पैसे टेकने, उदों ठियानियां चवानियां साडे याद आ जांदियां है। ऐ चलदे किते नहीं है, कदे बस दे विच चढ़ जाओ, 1 रुपये नूं कोई पहचानदा नहीं है, दुकान ते जाओ 1 रुपये का कुछ भी नहीं आता। पढ़न वाले पहली क्लास का बच्चा तुसीं उहनूं 1 रुपया दे के तोरो नहीं लैंदा, किसी भी जगह ते नहीं चलता, किसी भी जगह ते नहीं चलता, पर असीं चला दिंदे आ, असीं कह दिंदे हुण ये रुपया किते नहीं चलता, गुरु की गोलक दे विच ही चलेगा। होरां जगह ते असीं बड़ा कुछ कर दिंदे आ, जिथे साडे आप दे घर दी गल आउंदी है उत्थे असीं कुछ भी करने वास्ते तैयार नहीं है। ठीक है, गुरु प्रेम की भेटा मंगदा, ऐसा नहीं है कि गुरु किसी दे पैसे दा है, दिता तो सानू सारा कुछ गुरु ने होया है, पर गुरु साहब जी महाराज कहते बाहर टोला सो भरम भलाई, तू बाहर नूं क्यों जाना, तेरे घर ही सब कुछ हैगा, पर असीं मनना ही नहीं है। गुरु साहब जी महाराज कृपा करन, भाई कूरम जी नूं गुरु हरराय साहब महाराज के दर्शन होए, भाई कूरम जी ने अंब छकाए, गुरु हरराय साहब जी महाराज कहन लगे भाई कूरम जी लै तैनूं एक वचन दे के जाने कि जिन्ना टाइम ये दुनिया रहूगी उन्ना टाइम तेरे नां ते इस अंबां दे बाग दे विच अंब लगदे रहणगे। अज भी बाग लगे हुए ने, वो सारे दे सारे बाग दे विचों एक अद्धा बूटा इहो जिहा जरूर हुंदा है जिहड़े बूटे नूं पोह ते माघ दे महीने दे विच अंब लगदे ने। गुरु दी वचन, गुरु दी बख्शिश, गुरु दी कृपा, ते पर लंबा समा जिहड़ी आराधना करनी पैंदी है। 5वें पातशाह महाराज तो लैके 7वें पातशाह महाराज तक एको ही वचन मन के भाई कूरम जी अंबां दे बाग विच बैठे रहे सी। गुरु दा वचन मनना पैंदा है। फिर गुरु साहिब जी महाराज सारी दियां सारियां बरकतां अपने गुरसिखां नूं प्यारिआं नूं बख्शिश कर दिंदे ने। समाप्ति दा अपना समा हो गया। गुरु साहिब जी महाराज कृपा करन। भुलां चुकां दी खिमा आईयां संगतां दा बहुत धन्नवाद। प्रेम दे नाल सारी संगत बुलाइए। फतेह। वाहिगुरू जी का खालसा, वाहिगुरू जी की फतेह।